ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਅੱਜ ਫਰਾਈਡੇ ਦੀ ਸ਼ਾਮ ਹੈ ਤੇ ਫਰਾਈਡੇ ਦੀ ਸ਼ਾਮ ਨੂੰ ਅਸੀਂ ਜਾਂਦੇ ਹਾਂ ਰਜਾਈਨਾ, ਜਿੱਥੇ ਗੁਰਗਿਆਨ ਟੀਵੀ ਤੋਂ ਸਰਦਾਰ ਰਾਮ ਸਿੰਘ ਚਹਿਲਾ ਜੀ ਸਾਡੇ ਨਾਲ ਸਾਂਝ ਪਾਇਆ ਕਰਦੇ ਨੇ ਤੇ ਸਾਨੂੰ ਦੱਸਦੇ ਨੇ ਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ। ਇੱਕ ਚੰਗਾ ਸਮਾਜ ਜੇਕਰ ਅਸੀਂ ਸਿਰਜਣਾ ਹੈ ਤਾਂ ਉਸ ਦੇ ਵਿੱਚ ਸਾਡਾ ਯੋਗਦਾਨ ਬਹੁਤ ਇੰਪੋਰਟੈਂਟ ਹੈ, ਪਰ ਉਹ ਯੋਗਦਾਨ ਤਦ ਹੀ ਅਸੀਂ ਪਾ ਸਕਦੇ ਹਾਂ ਜੇਕਰ ਸਾਨੂੰ ਸਮਝ ਹੋਏ ਕਿ ਜੀਵਨ ਦਾ ਮਕਸਦ ਕੀ ਹੈ। ਇਸੇ ਉਦੇਸ਼ ਨਾਲ ਹਰ ਫਰਾਈਡੇ ਦੀ ਸ਼ਾਮ ਨੂੰ ਅਸੀਂ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਹਾਂ। ਤੇ ਆਓ ਚੱਲਦੇ ਹਾਂ ਰਜਾਈਨਾ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਭਾਈ ਰਾਮ ਸਿੰਘ ਜੀ ਨਾਲ ਕਿ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਤੇ ਕਿਸ ਤਰੀਕੇ ਨਾਲ ਅਸੀਂ ਗੁਰਬਾਣੀ ਨੂੰ ਸਮਝਣਾ ਹੈ। ਜੈ ਆਨੰਦ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਡੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਡੀਓ। ਸੋ ਪਿਛਲੇ ਹਫਤੇ ਜੋ ਅਸੀਂ ਗੱਲਬਾਤ ਕਰ ਰਹੇ ਸੀ ਉਸ ਵਿੱਚ ਸ਼੍ਰੀ ਰਾਗ ਦੇ ਵਿੱਚ ਅੰਗ 14 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵਿੱਚ ਜੋ ਸਾਨੂੰ ਉਪਦੇਸ਼ ਮਿਲਦਾ ਹੈ ਉਸ ਦੇ ਵਿੱਚ ਤੁਸੀਂ ਦੱਸ ਰਹੇ ਸੀ ਕਿ 4 ਕਿਸਮ ਦੇ ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਜ਼ਿਕਰ ਹੁੰਦਾ ਹੈ। ਤੁਸੀਂ ਐਗਜ਼ਾਮਪਲਸ ਬੜੇ ਸੋਹਣੇ ਦਿੱਤੇ ਸੀ, ਸੋ ਉੱਥੋਂ ਹੀ ਕੰਟੀਨਿਊ ਕਰਕੇ ਅੱਗੇ ਚੱਲਦੇ ਹਾਂ ਜੀ। ਹਾਂਜੀ ਵੀਰ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ ਸਾਡੇ ਦਰਸ਼ਕਾਂ ਦਾ। ਤੇ ਮੈਂ ਥੋੜਾ ਜਿਹਾ ਦਰੁਸਤ ਕਰ ਦੇਵਾਂ, 4 ਤਰ੍ਹਾਂ ਦੀ ਐਗਜ਼ਾਮਪਲਸ ਪੇਸ਼ ਕੀਤੀ ਗਈ ਸਾਡੇ ਸਾਹਮਣੇ ਸਮਾਜ ਅੰਦਰ ਜੋ ਹੈ। ਪਹਿਲੀ ਐਗਜ਼ਾਮਪਲ ਹੈ ਅਮੀਰੀ ਦੀ, ਕਿਉਂਕਿ ਤਕਰੀਬਨ ਹਰ ਬੰਦੇ ਦੇ ਅੰਦਰ ਦੁਨੀਆ ਤੋਂ ਪ੍ਰਭਾਵਿਤ ਹੋ ਕੇ ਇੱਕ ਭੁੱਖ ਬਣਦੀ ਹੈ, ਮੈਂ ਅਮੀਰ ਬਣਾ, ਮੇਰੇ ਕੋਲ ਫੈਸਿਲਿਟੀ ਲਗਜ਼ਰੀ ਹੋਵੇ। ਐਕਚੁਅਲੀ ਹਰ ਮਨੁੱਖ ਦੇ ਅੰਦਰ ਇੱਕ ਅੰਦਰਲਾ ਸੁੱਖ ਤੇ ਅੰਦਰਲੀ ਖੁਸ਼ੀ ਦੀ ਭੁੱਖ ਹੈ। ਨਾ ਪਤਾ ਹੋਣ ਕਰਕੇ ਉਹ ਜਿਨ੍ਹਾਂ ਚੀਜ਼ਾਂ ਚੋਂ ਪੂਰੀ ਕਰਨੀ ਚਾਹੁੰਦਾ ਹੈ, ਗੁਰੂ ਸਾਹਿਬ ਉਸ ਨੂੰ ਐਗਜ਼ਾਮਪਲ ਦੇ ਰੂਪ ਵਿੱਚ ਪੇਸ਼ ਕਰਦੇ ਨੇ। ਆਪਾਂ ਵਿਚਾਰ ਰਹੇ ਸੀ ਕਿ ਜਦੋਂ ਅਮੀਰੀ ਦੀ ਐਗਜ਼ਾਮਪਲ ਦੇਣੀ ਹੋਵੇ ਤੇ ਜਿਹੜੀ ਅਮੀਰੀ 4 ਚੁਫੇਰੇ ਚੱਲਦੀ ਹੈ ਨਾ, ਉਸ ਦਾ ਜ਼ਿਕਰ ਕੀਤਾ ਜਾਂਦਾ ਹੈ। ਉਸ ਵੇਲੇ ਜਿਹੜੇ ਅਮੀਰ ਸਨ, ਸ਼ਾਹ ਤੇ ਬਾਦਸ਼ਾਹ, ਉਹ ਆਪਣੇ ਘਰਾਂ ਦੀਆਂ ਦੀਵਾਰਾਂ ਤੇ ਮੋਤੀ ਲਾ ਦਿੰਦੇ ਸਨ, ਹੀਰੇ ਜੜ ਦਿੰਦੇ ਸੀ, ਰਤਨ ਜੜ ਦਿੰਦੇ ਸਨ ਜੀ। ਫਿਰ ਉਹ ਸੁਗੰਧੀਆਂ ਵਾਸਤੇ, ਦੇਖੋ ਅੱਜ ਕਿਸੇ ਨੂੰ ਐਗਜ਼ਾਮਪਲ ਦੇਣੀ ਹੋਵੇ, ਆਪਾਂ ਦੇਖਦੇ ਹਾਂ, ਆਪਾਂ ਜਦੋਂ ਛੋਟੇ ਛੋਟੇ ਸੀ ਤੇ ਘਰ ਵਿੱਚ ਸੁਗੰਧੀ ਵਾਸਤੇ ਕੀ ਕਰਦੇ ਸੀ, ਇੱਕ ਗੁੱਗਲ ਆਉਂਦੀ, ਗੁੱਗਲ ਮੇਰੇ ਖਿਆਲ ਹੈ ਪੰਜਾਬ ਦੇ ਰਹਿਣ ਵਾਲੇ ਇਸ ਨੂੰ ਸਮਝਦੇ ਹੋਣਗੇ, ਉਹਨੂੰ ਅੱਗ ਤੇ ਪਾ ਕੇ ਉਹਦੀ ਧੂਖ ਦਿਖਾਈ ਜਾਂਦੀ ਸੀ ਤਾਂ ਕਿ ਘਰ ਵਿੱਚ ਸੁਗੰਧੀਆਂ ਦਾ ਵਾਤਾਵਰਨ ਰਹੇ। ਤੇ ਤਕਰੀਬਨ ਧਾਰਮਿਕ ਪਾਠ ਕਰਨ ਲੱਗਿਆਂ ਉਸ ਸੁਗੰਧੀ ਨੂੰ ਕਦੀ ਵਰਤਿਆ ਜਾਂਦਾ ਸੀ। ਉਸ ਵੇਲੇ ਹੌਲੀ ਹੌਲੀ ਪਰਫਿਊਮ ਦਾ ਯੁੱਗ ਆਇਆ, ਸੈਂਟ ਦਾ ਯੁੱਗ ਆਇਆ। ਆਪਾਂ ਦੇਖਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਅੱਜ ਵੀ ਉਹ ਜਦੋਂ ਸਵੇਰ ਵੇਲੇ ਪ੍ਰਕਾਸ਼ ਹੁੰਦਾ ਹੈ, ਉਹ ਸੁਗੰਧੀ ਦਾ ਵਾਤਾਵਰਨ ਬਣਾਉਣ ਵਾਸਤੇ ਉਹ ਰੂਮ ਦੇ ਨਾਲ ਜਿਹੜਾ ਹੈ ਉਹ ਇਤਰ ਵਗੈਰਾ ਲਾਇਆ ਜਾਂਦਾ ਹੈ। ਕਦੀ ਜ਼ਮਾਨਾ ਸੀ, ਅੱਜ ਹੁਣ ਆ ਗਿਆ ਕਿ ਆਪਾਂ ਇੱਕ ਉਹ ਲਾ ਦਿੰਦੇ ਹਾਂ ਛੋਟੀ ਜਿਹੀ ਮਸ਼ੀਨ, ਥੋੜੇ ਚਿਰ ਬਾਅਦ ਉਹ ਜਿਹੜਾ ਸੈਂਟ ਹੈ ਉਸ ਨੂੰ ਪ੍ਰੈਸ਼ਰ ਨਿਕਲਦਾ ਹੈ। ਤੇ ਅੱਜ ਕੋਈ ਐਗਜ਼ਾਮਪਲ ਦੇਗਾ ਤੇ ਉਹ ਇਦਾਂ ਐਗਜ਼ਾਮਪਲ ਦੇਗਾ ਵੀ ਉਹਦੇ ਘਰ ਜਿਹੜੀਆਂ ਇਲੈਕਟ੍ਰੋਨਿਕ ਲੱਗੀਆਂ ਹੋਈਆਂ ਨੇ ਮਸ਼ੀਨਾਂ, ਥੋੜੇ ਥੋੜੇ ਚਿਰ ਬਾਅਦ ਸੁਗੰਧੀ ਆਉਂਦੀ ਹੈ, ਬੜੀ ਮਿੱਠੀ ਮਿੱਠੀ ਸੁਗੰਧੀ, ਇਦਾਂ ਐਗਜ਼ਾਮਪਲ ਦਿੱਤੀ ਜਾਏਗੀ। ਪਰ ਉਸ ਵੇਲੇ ਕੀ ਹੁੰਦਾ ਸੀ, ਉਸ ਵੇਲੇ ਕਸਤੂਰੀ, ਫਿਰ ਕੇਸਰ, ਇਹ ਜਿਹੜਾ ਹੈ ਛਿੜਕ ਦਿੱਤਾ ਜਾਂਦਾ ਸੀ ਜੀ। ਆਪਾਂ ਦੇਖਦੇ ਆ ਕਿ ਆਪਣੇ ਬਚਪਨ ਵਿੱਚ ਇੱਕ ਕੇਵੜਾ ਕਰਕੇ ਆਉਂਦਾ ਸੀ, ਕੇਵੜਾ ਪਾਣੀ 'ਚ ਥੋੜਾ ਜਿਹਾ ਸੈਂਟ ਪਾਇਆ ਹੁੰਦਾ, ਉਸ ਨੂੰ ਛਿੜਕ ਦਿੰਦੇ ਸੀ। ਇਹਦਾ ਮਤਲਬ ਐਗਜ਼ਾਮਪਲ ਉਹੀ ਸਾਰਥਕ ਹੁੰਦੀ ਜਿਹੜੀ ਉਸ ਵੇਲੇ ਚੱਲ ਰਹੀ ਹੋਵੇ। ਬਿਲਕੁਲ। ਦੂਸਰੀ ਗੱਲ, ਐਗਜ਼ਾਮਪਲ ਨੂੰ ਸਮਝਾਉਣ ਵਾਸਤੇ ਜਿਹੜੀ ਸ਼ਬਦਾਵਲੀ ਵਰਤੀ ਹੁੰਦੀ ਹੈ, ਉਸ ਸ਼ਬਦਾਵਲੀ ਦੇ ਅਰਥ ਉਸ ਭਾਵਨਾ ਵਿੱਚੋਂ ਨਿਕਲਦੇ ਨੇ, ਉਹਨੂੰ ਬਹੁਤ ਜ਼ਰੂਰੀ ਹੈ। ਕਈ ਵਾਰੀ ਅਸੀਂ ਅੱਖਰਾਂ ਵਿੱਚੋਂ ਸ਼ਬਦ ਲੱਭਦੇ ਆ। ਹੁਣ ਇੱਥੇ ਪੰਕਤੀ ਕੀ ਹੈ, ਮੋਤੀ ਤਮੰਦਰ ਉਸਰ ਹੈ, ਰਤਨੀ ਤਾਂ ਹੋਏ ਜੜਾ। ਜਿੱਥੇ ਤੱਤਾ ਮੁਕਤਾ ਹੁੰਦਾ ਨਾ, ਤਾਂ ਜਿਵੇਂ ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋਏ ਜੜਾ, ਤਾਂ ਦੇ ਅਰਥ ਹੈ ਜੇ ਜ਼ਿੰਦਗੀ ਦੇ ਵਿੱਚ ਮੋਤੀਆਂ ਦੇ ਨਾਲ ਜੜੇ ਹੋਏ ਮਹਿਲ ਮਿਲ ਜਾਣ, ਮੋਤੀਆਂ ਦੇ ਮਹਿਲ, ਮੋਤੀ ਮੰਦਰ, ਮੋਤੀਆਂ ਦੇ ਮਹਿਲ। ਹੁਣ ਇਸ ਨੂੰ ਸਮਝਿਓ, ਆਪਾਂ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਕੋਈ ਬੰਦਾ ਨਾਨ ਸਿੱਖ ਹੋਵੇ ਜੀ, ਤੇ ਉਹ ਜਦੋਂ ਨਾਨ ਕਮਿਊਨਿਟੀ ਵਾਲਾ ਪਹਿਲੀ ਵਾਰ ਸੁਣ ਕੇ ਗਿਆ ਹੋਵੇ ਤੇ ਉਹ ਕੀ ਦੇਖਦਾ, ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾਂਦਾ ਹੈ ਤੇ ਸੋਨਾ ਹੀ ਸੋਨਾ ਉਸਨੂੰ ਦਿਖਾਈ ਦਿੰਦਾ। ਫਿਰ ਅੰਦਰ ਜਾਂਦਾ ਹੈ, ਦਰਬਾਰ ਸਾਹਿਬ ਦੇ ਬਾਹਰ ਅੰਦਰ ਸੋਨਾ ਹੀ ਸੋਨਾ ਦਿਖਾਈ ਦਿੰਦਾ ਹੈ। ਤੇ ਉਹ ਪਤਾ ਕੀ ਜਾ ਕੇ ਕਹੇਗਾ, ਉੱਥੇ ਤਾਂ ਜਿਹੜਾ ਦਰਬਾਰ ਸਾਹਿਬ ਹੈ ਨਾ, ਉਹਨਾਂ ਦਾ ਗੁਰਦੁਆਰਾ ਜਿਹੜਾ ਹੈ ਉਹ ਤਾਂ ਸੋਨੇ ਦਾ ਬਣਿਆ ਹੋਇਆ। ਠੀਕ, ਸ਼ਾਇਦ ਇਸੇ ਕਰਕੇ ਸਵਰਨ ਮੰਦਰ ਲੋਕ ਗੋਲਡਨ ਟੈਂਪਲ ਕਹਿਣ ਲੱਗੇ ਹੋਣਗੇ। ਪਰ ਜੇ ਦੇਖਿਆ ਜਾਵੇ
ਤੇ ਦੀਵਾਰਾਂ ਦੇ ਉੱਪਰ ਸੋਨੇ ਦਾ ਪੱਤਰਾ ਹੁੰਦਾ ਏ। ਦੀਵਾਰਾਂ ਸੋਨੇ ਦੀਆਂ ਨਹੀਂ ਹੁੰਦੀਆਂ। ਉੱਥੇ ਜਿਹੜੇ ਦਰਵਾਜ਼ੇ ਲੱਗੇ ਹੋਏ ਨੇ, ਦਰਵਾਜ਼ਿਆਂ ਦੇ ਉੱਪਰ ਸੋਨੇ ਦਾ ਪੱਤਰਾ ਹੈ। ਉਹ ਵਿੱਚ ਸੋਨੇ ਦੀ ਪੂਰੀ ਦੀਵਾਰ, ਉਹ ਜਿਹੜੀ ਹੈ ਦਰਵਾਜ਼ਾ ਨਹੀਂ ਹੁੰਦਾ, ਬਿਲਕੁਲ। ਪਰ ਉਸ ਨੂੰ ਕਿਹਾ ਕੀ ਜਾਂਦਾ ਸੋਨੇ ਦਾ ਘਰ, ਸੋਨੇ ਨਾਲ ਬਣਿਆ ਹੋਇਆ, ਪਰ ਉਹ ਸੋਨੇ ਦਾ ਪੱਤਰਾ। ਇਸੇ ਤਰ੍ਹਾਂ ਜਦੋਂ ਮੋਤੀ ਹੀ ਮੋਤੀ ਜੜੇ ਹੋਣ, ਤੁਸੀਂ ਸੋਚ ਕੇ ਦੇਖੋ ਕਿ ਗਰੀਬ ਵਿਚਾਰਾ ਪਿੰਡਾਂ ਚੋਂ ਕਿਸੇ ਰਾਜੇ ਦੇ ਮਹਿਲ 'ਚ ਜਾਂਦਾ, ਉਹ ਦੇਖਦਾ ਚਾਰ ਸਵੇਰੇ ਮੋਤੀ ਹੋਏ ਮੋਤੀ, ਆ ਕੇ ਪਤਾ ਕੀ ਕਹਿੰਦਾ, ਬੱਲੇ ਬੱਲੇ ਵੀ ਉਸ ਬਾਦਸ਼ਾਹ ਦਾ ਘਰ ਤਾਂ ਮੋਤੀਆਂ ਦਾ ਮਹਿਲ ਹੈ ਜੀ। ਇਹ ਇੱਕ ਉਦਾਹਰਨ ਦਿੱਤੀ ਗਈ ਹੈ। ਇਹ 'ਚ ਵਾਸਤਵਿਕ ਵਿੱਚ ਕੀ ਹੈ, ਇਹ ਇੱਕ ਅਮੀਰੀ ਹੈ, ਇੱਕ ਅਮੀਰੀ ਦੀ ਦਿੱਖ ਹੈ। ਉਹ ਜਿਹੜੀ ਅਮੀਰੀ ਦੀ ਦਿੱਖ ਹੈ ਨਾ, ਉਹ ਕਿਤੇ ਹੰਕਾਰ ਨਾ ਬਣ ਜਾਵੇ। ਇਹ ਤੜਫ ਹੈ ਗੁਰਮੁਖ ਦੇ ਅੰਦਰ। ਜਦੋਂ ਗੁਰੂ ਨੂੰ ਪੁੱਛ ਕੇ ਸਮਝਿਆ, ਦੇਖਿਆ, ਯਕੀਨ ਆ ਗਿਆ, ਜੇ ਹੰਕਾਰ ਬਣ ਗਿਆ ਤਾਂ ਰੱਬ ਭੁੱਲ ਜਾਏਗਾ, ਰੱਬ ਵਿਸਰ ਜਾਏਗਾ। ਹੁਣ ਦੇਖੋ ਇਸ ਨੂੰ ਕਿਵੇਂ ਪੇਸ਼ ਕੀਤਾ ਗਿਆ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਜੇ ਭਲਾ ਮੋਤੀਆਂ ਦਾ ਮਹਿਲ ਵੀ ਹੋਵੇ, ਉਹਦੇ ਰਤਨ ਵੀ ਜੜੇ ਹੋਣ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਸੁਗੰਧੀਆਂ ਵਾਸਤੇ ਕਸਤੂਰੀ, ਕੇਸਰ, ਚੰਦਨ, ਅਗਰ ਦੀ ਲੱਕੜੀ, ਇਸ ਤਰ੍ਹਾਂ ਦੀਆਂ ਸੁਗੰਧੀਆਂ ਦਾ ਸਾਰਾ ਪ੍ਰਬੰਧ ਕੀਤਾ ਹੋਵੇ, ਇਹ ਅਮੀਰੀ ਦੀਆਂ ਨਿਸ਼ਾਨੀਆਂ ਨੇ। ਪਰ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾ। ਕਿਤੇ ਐਸਾ ਨਾ ਹੋਵੇ ਵਾਹਿਗੁਰੂ ਜੀ ਤੁਹਾਨੂੰ ਭੁੱਲ ਜਾਵਾਂ, ਤੁਹਾਡਾ ਨਾਮ, ਤੁਹਾਡਾ ਸਿਮਰਨ ਮੈਨੂੰ ਚੇਤੇ ਨਾ ਰਵੇ, ਤੁਹਾਡੀ ਯਾਦ ਚੇਤੇ ਨਾ। ਕਿਤੇ ਐਸਾ ਨਾ ਹੋਵੇ ਤੁਹਾਡੀ ਭੈ ਭਾਵਨੀ ਨਿਕਲ ਜਾਵੇ। ਇਹੀ ਹੁਣ ਇਹ ਇੱਕ ਸਾਨੂੰ ਜੋੜਦੀ ਹੈ ਉਸ ਸੋਚ ਨਾਲ ਜੋ ਗੁਰੂ ਸਾਨੂੰ ਦੱਸ ਰਿਹਾ ਕਿ ਇਹ ਸਾਰੇ ਪਦਾਰਥ ਜਿਹੜੇ ਨੇ ਬਹੁਤ ਭਾਰੂ ਹੋ ਜਾਂਦੇ ਨੇ ਸਾਡੇ ਤੇ। ਅੱਜ ਵੀ ਅਸੀਂ ਇਹ ਦੇਖਦੇ ਹਾਂ ਕਿ ਕੁਝ ਪ੍ਰਾਪਤੀਆਂ ਹੋ ਜਾਣ ਤਾਂ ਅਸੀਂ ਹੰਕਾਰ ਵਿੱਚ ਚਲੇ ਜਾਂਦੇ ਹੈਗੇ, ਸਾਨੂੰ ਅਸੀਂ ਸਮਝਦੇ ਹਾਂ ਅਸੀਂ ਇਹ ਸਭ ਕੁਝ ਕਰਨ ਵਾਲੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਕਿ ਆਪਣੇ ਜੜ੍ਹਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈਗਾ ਹੈ, ਅਤੇ ਤਦ ਹੀ ਪੋਸੀਬਲ ਹੈ ਜੇਕਰ ਅਸੀਂ ਗੁਰਬਾਣੀ ਨੂੰ ਸਹੀ ਸਮਝ ਕੇ ਉਸ ਨੂੰ ਆਪਣੇ ਜੀਵਨ 'ਤੇ ਲਾਗੂ ਕਰਦੇ ਹਾਂ। ਭਾਈ ਸਾਹਿਬ ਬ੍ਰੇਕ ਲੈ ਲਈਏ ਛੋਟੀ ਜੀ, ਵਾਪਸ ਆ ਕੇ ਇੱਥੋਂ ਹੀ ਅੱਗੇ ਕੰਟੀਨਿਊ ਕਰਦੇ ਹਾਂ। ਜੇ ਕਿਸੇ ਬਿਜ਼ਨਸਮੈਨ ਨੂੰ ਕੋਈ ਪਿਆਰ ਕਰਦਾ ਹੈ ਤਾਂ ਕੀ ਵਜ੍ਹਾ ਹੋ ਸਕਦੀ ਹੈ। ਸੁਖੀ ਬਾਟ ਮੋਟਰਸ ਦੇ ਓਨਰ ਸੁਖੀ ਬਾਟ ਨੂੰ ਵੇਖ ਕੇ ਇਹ ਗੱਲ ਸਮਝ ਆ ਜਾਂਦੀ ਹੈ। ਇੰਟੈਲੀਜੈਂਸ ਦਾ ਉਦਾਹਰਨ ਇਹ ਹੈ ਕਿ ਕਾਰ ਸੈਗਮੈਂਟ ਤੋਂ ਵੱਖ ਸੁਖੀ ਬਾਟ ਮੋਟਰਸ ਲੈ ਕੇ ਆਏ ਨੇ ਸਰੀ ਦਾ ਪਹਿਲਾ ਟਰੱਕ ਸੈਂਟਰ, ਜਿੱਥੇ ਤੁਹਾਡੇ ਲੋੜ ਦੇ ਹਿਸਾਬ ਨਾਲ ਤੁਹਾਨੂੰ ਲੋੜੀਂਦੇ ਟਰੱਕਸ ਬਾਰੇ ਗਾਈਡੈਂਸ ਦਿੱਤੀ ਜਾਂਦੀ ਹੈ। ਸਪੇਸ, ਮੋਡੀਫਿਕੇਸ਼ਨ ਤੇ ਫਿਊਲ ਐਫੀਸ਼ੀਐਂਸੀ ਸਭ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸੁਖੀ ਬਾਟ ਟਰੱਕ ਸੈਂਟਰ ਇਹਨਾਂ ਟਰੱਕਾਂ ਨਾਲ ਹੀ ਹੈ ਟੌਰ। ਕੁਦਰਤ ਦੇ ਸੌਮਿਆਂ ਦੀ ਵਰਤੋਂ ਆਯੁਰਵੇਦਾ ਰਾਹੀਂ 5000 ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਹੁਣ ਕੈਨੇਡਾ ਵਿੱਚ ਹੀ ਬਣਾਏ ਗਏ ਹੈਲਥ ਕੈਨੇਡਾ ਵੱਲੋਂ ਅਪਰੂਵਡ 100% ਸ਼ੁੱਧ ਆਯੁਰਵੈਦਿਕ ਡਾਇਟਰੀ ਸਪਲੀਮੈਂਟਸ ਦਾ ਲਾਭ ਲੈ ਸਕਦੇ ਹੋ। ਸਟ੍ਰੈਸ, ਐਂਗਜ਼ਾਇਟੀ, ਇਨਸੋਮਨੀਆ, ਬਲੱਡ ਸ਼ੂਗਰ, ਕਿਡਨੀ, ਬਲੈਡਰ, ਹਾਜ਼ਮਾ, ਆਈਸਾਈਟ ਜਾਂ ਕਿਸੇ ਵੀ ਕਿਸਮ ਦੀ ਬਿਮਾਰੀ ਦਾ ਆਰਗੈਨਿਕ ਇਲਾਜ, ਜੋੜਾਂ ਦੀਆਂ ਦਰਦਾਂ ਤੇ ਸਰੀਰਕ ਮਸਾਜ ਲਈ ਕਈ ਕਿਸਮ ਦੇ ਆਯੁਰਵੈਦਿਕ ਤੇਲ ਵੀ ਉਪਲਬਧ ਹਨ। ਹੋਲਸੇਲ ਕੀਮਤਾਂ ਲਈ ਕਾਲ 604 628 2003। ਸ਼ਾਈਨ ਫੈਮਿਲੀ ਡੈਂਟਲ ਕਲੀਨਿਕ ਡਾਕਟਰ ਸਤਪ੍ਰੀਤ ਸਿੰਘ ਦੀ ਦੇਖਰੇਖ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਤੁਹਾਡੇ ਦੰਦਾਂ ਦੀ ਸਹੀ ਕੇਅਰ ਕਰਦੇ ਹਨ। ਇਹਨਾਂ ਦੀ ਸੇਵਾਵਾਂ ਵਿੱਚ ਦੰਦਾਂ ਨੂੰ ਸਾਫ਼ ਕਰਨਾ, ਕਰਾਊਨਸ, ਬ੍ਰਿਜਸ, ਡੈਂਟਲ ਇੰਪਲਾਂਟਸ, ਰੂਟ ਕਨਾਲ, ਡੈਂਚਰਸ, ਬੌਂਡਿੰਗ ਅਤੇ ਵਨੀਰਸ, ਐਕਸਟ੍ਰੈਕਸ਼ਨਸ, ਬੋਨ ਗ੍ਰੈਫਟਿੰਗ ਆਦਿ ਸ਼ਾਮਲ ਹਨ। ਬੱਚਿਆਂ ਦੀ ਡੈਂਟਿਸਟਰੀ ਦੇ ਵੀ ਮਾਹਰ ਹਨ। ਇਹ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟਲੀ ਬਿੱਲ ਭੇਜਦੇ ਹਨ ਤੇ ਤੁਹਾਨੂੰ ਘੱਟ ਤੋਂ ਘੱਟ ਚਾਰਜ ਕਰਨ ਦਾ ਵਾਅਦਾ ਕਰਦੇ ਹਨ। ਫॉर ਸਪੈਸ਼ਲ ਸ਼ਾਈਨ ਐਂਡ ਸਮਾਈਲ 604 503 0320 ਤੇ ਕਾਲ ਕਰੋ। ਕਿੰਗ ਜਾਰਜ ਸੁਪਰ ਸਟੋਰ ਦੇ ਕੋਲ, ਯੂਨਿਟ 370, 7488 ਕਿੰਗ ਜਾਰਜ ਬੁਲੇਵਾਰਡ, ਸਰੀ। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡੇ ਸਹਿਯੋਗੀ ਹਨ ਸਰੀ ਕਲੋਵਡੀ ਤੇ ਫਰੇਜ਼ਰ ਵੈਲੀ ਦੇ ਟਾਪ ਰੇਟਰ ਜੈਸ ਓਬਰਾਏ, ਜੋ ਕਿ ਰੀਮੈਕਸ ਬਲੂਪ੍ਰਿੰਟ ਰਿਐਲਿਟੀ ਨਾਲ ਕੰਮ ਕਰਦੇ ਹਨ। ਇਹ ਕਮਿਊਨਿਟੀ ਵਿੱਚ ਜਾਣੇ ਜਾਂਦੇ ਹਨ ਆਪਣੀ ਇੰਟੈਗ੍ਰਿਟੀ, ਕਮਿਟਮੈਂਟ ਤੇ ਰਿਜ਼ਲਟਸ ਕਾਰਨ, ਅਤੇ ਇਹਨਾਂ ਨਾਲ ਘਰ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਬਹੁਤ ਸੌਖਾ ਪ੍ਰੋਸੈਸ ਹੈ। ਇਹਨਾਂ ਵਾਸਤੇ ਹਰ ਇੱਕ ਕਲਾਇੰਟ ਮਹੱਤਤਾ ਰੱਖਦਾ ਹੈ ਤੇ ਇਸੇ ਲਈ ਇਹ ਕਹਿੰਦੇ ਹਨ ਕਿ ਜੇਕਰ ਤੁਹਾਡੀ ਕਾਲ 24 ਘੰਟਿਆਂ 'ਚ ਵਾਪਸ ਨਹੀਂ ਲੁਟਾਉਂਦੇ ਤਾਂ ਇਹ ਤੁਹਾਨੂੰ $500 ਨਗਦ ਦੇਣਗੇ। ਆਪਣੀ ਪ੍ਰਾਪਰਟੀ ਦੀ ਮੁਫਤ ਮਾਰਕੀਟ ਵੈਲਿਊਏਸ਼ਨ ਤੇ ਸਲਾਹ ਲਈ ਕਾਲ ਕਰੋ 778 994 7450 778 994 7450 ਜਾਂ ਫਿਰ ਇਹਨਾਂ ਨੂੰ ਈਮੇਲ ਕਰੋ joe@jaisobrai.ca ਤੇ ਇਹਨਾਂ ਦੀ ਵੈਬਸਾਈਟ ਹੈ jaisobrai.ca। ਤੁਸੀਂ ਆਪਣੇ ਘਰ ਨੂੰ ਇੱਕ ਨਵੀਂ ਤੇ ਵੱਖਰੀ ਦਿੱਖ ਦੇਣਾ ਚਾਹੁੰਦੇ ਹੋ ਤਾਂ ਫਿਰ ਐਕਮੀ ਗਲਾਸ ਲਿਮਿਟਿਡ ਤੁਹਾਡੀ ਮਦਦ ਕਰ ਸਕਦੇ ਹਨ। ਇਹ ਫਰੇਮਲੈਸ ਗਲਾਸ ਰੇਲਿੰਗਸ, ਕਸਟਮ ਵੁੱਡ ਕਲੋਜ਼ਟਸ, ਸ਼ਾਵਰ ਤੇ ਟਬ ਡੋਰਸ, ਸ਼ਾਵਰ ਸਲਾਈਡਰਸ, ਬੈਵਲਡ ਵੁੱਡ ਜਾਂ ਮੈਟਲ ਟ੍ਰਿਮ ਮਿਰਰਸ ਅਤੇ ਕਸਟਮ ਗਲਾਸ ਦੀ ਮਹਾਰਤ ਰੱਖਦੇ ਹਨ।
ਵਾਜਬ ਕੀਮਤਾਂ, ਕੁਆਲਿਟੀ ਕਰਾਫਟਸਮੈਨਸ਼ਿਪ ਤੇ ਹਾਈ ਕੁਆਲਿਟੀ ਲਈ ਇਹ ਜਾਣੇ ਜਾਂਦੇ ਹਨ। ਆਪਣੇ ਨਵੇਂ ਪ੍ਰੋਜੈਕਟ ਜਾਂ ਰੈਨੋਵੇਟ ਕਰਨ ਜਾ ਰਹੇ ਘਰ ਲਈ ਕਾਲ ਕਰੋ 6045438777 604 543 8777 8335 ਸਟਰੀਟ ਸਰੀ ਇਹਨਾਂ ਦਾ ਐਡਰੈਸ ਹੈ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਰੀਕਾ ਮਾਨ ਸਿੰਘ ਜੋ ਕਿ ਇੱਕ ਰਜਿਸਟਰਡ ਡਾਇਟੀਸ਼ੀਅਨ, ਉਹਨਾਂ ਦੇ ਸਹਿਯੋਗ ਨਾਲ 18 ਸਾਲ ਤੋਂ ਵੱਧ ਦਾ ਤਜਰਬਾ ਰੱਖਦੇ ਨੇ ਤੇ ਕਹਿੰਦੇ ਨੇ ਕਿ ਜੇਕਰ ਤੁਸੀਂ ਡਾਇਬੀਟੀਜ਼, ਮੋਟਾਪੇਪਨ, ਹਾਰਟ ਡਿਜ਼ੀਜ਼ਸ, ਫੂਡ ਐਲਰਜੀਜ਼, ਗੈਸਟ੍ਰੋਇੰਟੈਸਟਾਈਨਲ ਡਿਸਆਰਡਰਸ, ਮੈਂਟਲ ਹੈਲਥ ਇਸ਼ੂਜ਼ ਜਾਂ ਓਵਰਆਲ ਸਿਹਤ ਤੇ ਵੈਲਨੈਸ ਮੁੱਦਿਆਂ ਨਾਲ ਜੂਝ ਰਹੇ ਹੋ ਤਾਂ ਫਿਰ ਤੁਹਾਡੀ ਦੌੜ ਖਤਮ ਹੁੰਦੀ ਹੈ ਇਹਨਾਂ ਕੋਲ ਆ ਕੇ। ਇਹ ਤੁਹਾਨੂੰ ਸਹੀ ਗਾਈਡ ਕਰਨਗੇ ਕਿ ਕੀ ਖਾਓ, ਕੀ ਪੀਓ ਤਾਂ ਕਿ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੋ। 778 240 5951 778290 5951 ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ। ਮੁੜ ਤੋਂ ਚੱਲਦੇ ਜੀ ਰਜਾਈਨਾ ਤੇ ਭਾਈ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਜੀ ਭਾਈ ਸਾਹਿਬ, ਬ੍ਰੇਕ ਤੋਂ ਪਹਿਲਾਂ ਤੁਸੀਂ ਗੱਲਬਾਤ ਕਰ ਰਹੇ ਸੀ ਸ੍ਰੀ ਰਾਗ ਵਿੱਚ ਜੋ ਗੁਰੂ ਜੀ। ਹਾਂਜੀ ਵੀਰ ਜੀ, ਦੇਖੋ ਕਿਸ ਤਰ੍ਹਾਂ ਸਤਿਗੁਰੂ ਜੀ ਸਬਜੈਕਟ ਨੂੰ ਸਾਡੇ ਸਾਹਮਣੇ ਰੱਖ ਰਹੇ ਨੇ। ਮੈਂ ਆਪਣੇ ਗੁਰੂ ਤੋਂ ਪੁੱਛਿਆ, ਯਾਨੀ ਆਪਣੇ ਗੁਰੂ ਸਾਹਿਬ ਨੂੰ ਸੁਣਿਆ, ਉਹਨਾਂ ਦੀਆਂ ਗੱਲਾਂ ਨੂੰ ਸਮਝਿਆ, ਆਪਣੀ ਜ਼ਿੰਦਗੀ ਚੋਂ ਚਾਰ ਸਪੇਰੇ ਤੋਂ ਸਮਝਿਆ ਤੇ ਇਸ ਨੂੰ ਦੇਖਿਆ ਕਿ ਹਰ ਬਿਨ ਜੀਓ ਜਲ ਵੱਲ ਜਾਓ। ਰੱਬ ਨੂੰ ਵਿਸਾਰਨ ਤੇ ਅੰਦਰ ਗੁਣ ਸੜ ਜਾਂਦੇ ਨੇ। ਹੁਣ ਜਿਹੜੀ ਅਮੀਰੀ ਹੈ ਸਾਹਮਣੇ, ਇਹ ਇੱਕ ਭੁੱਖ ਹੈ, ਦੁਨਿਆਵੀ ਭੁੱਖ ਹੈ। ਅਗਰ ਇਹਦੇ ਵਿੱਚੋਂ ਹੰਕਾਰ ਪੈਦਾ ਹੋ ਗਿਆ ਤਾਂ ਬਿਮਾਰੀ ਹੈ, ਅੰਦਰੋਂ ਬਿਮਾਰ ਹੋ ਗਿਆ। ਅਗਰ ਹੰਕਾਰ ਹੈ ਤਾਂ ਅੰਦਰ ਬਿਮਾਰ ਹੈ। ਹੁਣ ਜਿੰਨੀਆਂ ਬਿਮਾਰੀਆਂ ਨੇ, ਇਹ ਵੀ ਗੱਲ ਪੱਕੀ ਹੈ ਕਿ ਹਰ ਬਿਮਾਰੀ ਦਾ ਇਲਾਜ ਵੀ ਹੈ। ਹੁਣ ਇੱਥੇ ਜੇ ਅੰਦਰ ਤੜਫ ਬਣ ਜਾਵੇ ਕਿ ਕਿਤੇ ਅਮੀਰੀ ਦੇਖ ਕੇ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾ, ਕਿਤੇ ਇਹ ਨਾ ਹੋਵੇ ਰੱਬ ਭੁੱਲ ਜਾਵੇ। ਹਰ ਮਨੁੱਖ ਲਈ ਹੈ, ਕਿਉਂਕਿ ਗੁਰਬਾਣੀ ਮਨੁੱਖਤਾ ਲਈ ਹੈ। ਇਸ ਵਿੱਚੋਂ ਇੱਕ ਚੀਜ਼ ਹੋਰ ਸਮਝਣੀ, ਐਗਜ਼ਾਮਪਲ ਉਸ ਜ਼ਮਾਨੇ ਦੀ ਹੈ ਜੀ ਜਿਸ ਜ਼ਮਾਨੇ 'ਚ ਹੀਰੇ ਜ਼ਵਾਰਤ ਜੜੇ ਜਾਂਦੇ ਸਨ। ਅੱਜ ਦੇ ਯੁੱਗ ਵਿੱਚ ਜਿਹੜੇ ਆਪਣੇ ਘਰ ਨੂੰ ਆਪਾਂ ਕੀਮਤੀ ਚੀਜ਼ਾਂ, ਆਪਣੇ ਚਾਰ ਸਪੇਰੇ, ਫੈਸਿਲਿਟੀ, ਲਗਜ਼ਰੀ, ਕੀ ਇਹ ਨਹੀਂ ਰੱਖਣੀਆਂ ਚਾਹੀਦੀਆਂ? ਨਹੀਂ, ਇਹ ਗੱਲ ਨਹੀਂ ਕਹੀ ਵੀ ਫੈਸਿਲਿਟੀ ਲਗਜ਼ਰੀ ਨਹੀਂ ਹੋਣੀ ਚਾਹੀਦੀ। ਇਹ ਗੱਲ ਵੀ ਨਹੀਂ ਕਹੀ ਕਿ ਅਮੀਰੀ ਨਹੀਂ ਹੋਣੀ ਚਾਹੀਦੀ। ਕਿਹਾ ਤਾਂ ਇਹ ਗਿਆ ਹੈ ਕਿ ਇਸ ਅਮੀਰੀ, ਫੈਸਿਲਿਟੀ, ਲਗਜ਼ਰੀ ਦਾ ਹੰਕਾਰ ਨਹੀਂ ਹੋਣਾ ਚਾਹੀਦਾ। ਦੇਖੋ ਇੱਕ ਗੱਲ ਹਰ ਇੱਕ ਨੂੰ ਸਮਝ ਆ ਜਾਊਗੀ। ਅਮੀਰੀ ਪ੍ਰਾਪਤ ਕਰਨੀ, ਫੈਸਿਲਿਟੀ, ਲਗਜ਼ਰੀ ਪ੍ਰਾਪਤ ਕਰਨੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਅਗਰ ਹੰਕਾਰ ਆ ਗਿਆ ਤੇ ਵਿਖਾਵਾ ਉਹਦੀ ਜ਼ਿੰਦਗੀ ਨਾਲ ਜੁੜ ਜਾਏਗਾ ਤੇ ਵਿਖਾਵਾ ਤੰਗ ਕਰੇਗਾ। ਵਿਖਾਵੇ ਨੇ ਮਨੁੱਖ ਨੂੰ ਕੈਲਕੂਲੇਟਡ ਨਹੀਂ ਰਹਿਣ ਦੇਣਾ। ਵਿਖਾਵੇ ਨੇ ਮਨੁੱਖ ਨੂੰ ਮੈਨੇਜ ਕਰਨ ਦੀ ਸਥਿਤੀ ਤੋਂ ਪਾਸੇ ਕਰਕੇ ਉਲਝਾ ਦੇਣਾ। ਬਿਮਾਰੀ ਹੈ। ਇਹ ਬਿਮਾਰੀ ਪੈਦਾ ਹੁੰਦੀ ਜਦੋਂ ਰੱਬ ਦੀ ਯਾਦ ਭੁੱਲਦੀ, ਰੱਬ ਦੀ ਭੈ ਭਾਵਨੀ ਭੁੱਲਦੀ ਹੈ। ਤੇ ਫਿਰ ਇਹਦਾ ਇਲਾਜ ਕੀ ਦੱਸਿਆ ਹੈ? ਇਲਾਜ ਹੈ ਸ਼ੁਕਰਾਨਾ। ਰੱਬ ਦੀ ਰਜ਼ਾ ਵਿੱਚ, ਉਹਦੇ ਸ਼ੁਕਰਾਨੇ ਵਿੱਚ ਜਿਉਂ ਪਿਆਰਿਆ। ਜਿੰਨੀ ਫੈਸਿਲਿਟੀ, ਲਗਜ਼ਰੀ ਆਉਂਦੀ ਰਵੇ, ਗਰੀਬਾਂ ਨੂੰ ਯਾਦ ਕਰ ਉਹ ਕਿੱਦਾਂ ਜ਼ਿੰਦਗੀ ਜਿਉਂਦੇ ਨੇ। ਜਿੰਨੀ ਅਮੀਰੀ ਆਵੇ, ਆਪਣੀ ਜ਼ਿੰਦਗੀ 'ਚ ਹੰਡਾਈ ਗਰੀਬੀ ਤੇ ਦੁਨੀਆ ਦੀ ਗਰੀਬੀ ਨੂੰ ਯਾਦ ਰੱਖੀ। ਅਗਰ ਅੰਦਰ ਸ਼ੁਕਰਾਨਾ ਵੱਧਦਾ ਗਿਆ ਨਾ ਵੀਰ ਜੀ, ਤਾਂ ਫਿਰ ਇਹਦੇ ਵਿੱਚੋਂ ਪਰਉਪਕਾਰ ਦੀ ਬਿਰਤੀ ਵੀ ਜਾਗ ਸਕਦੀ ਹੈ। ਦੇਖੋ ਕਿ ਜਾੜੇ ਦੇ 'ਚ ਕੀ ਹੈ, ਤੱਤ ਕੀ ਹੈ? ਵਾਹਿਗੁਰੂ ਜੀ ਦੀ ਯਾਦ ਨਾਲ ਜੀ। ਸੁਖਮਨੀ ਸਾਹਿਬ ਵਿੱਚ ਬੜਾ ਸੌਖਾ ਦੱਸ ਦਿੱਤਾ, ਸੋ ਕਿਉਂ ਬਿਸਰੈ ਜਿਨ ਸਭ ਕੁਛ। ਵਾਹਿਗੁਰੂ ਜੀ ਦਾ ਦਿੱਤਾ ਸਮਝ ਕੇ ਵਰਤਣਾ ਹੈ। ਜ਼ਿੰਦਗੀ ਵਿੱਚ ਆਪਣੇ ਆਪ ਨੂੰ ਕੈਲਕੂਲੇਟਡ ਰੱਖਣਾ ਹੈ। ਔਰ ਅੱਗੇ ਜਾ ਕੇ ਲਾਸਟ ਪੰਕਤੀਆਂ ਵਿੱਚ ਸਤਿਗੁਰੂ ਜੀ ਇਹ ਗੱਲ ਵੀ ਸਿਖਾਉਣਗੇ, ਜ਼ਿੰਦਗੀ ਨੂੰ ਕੈਲਕੂਲੇਟਡ ਤੇ ਮੈਨੇਜ ਕਿਵੇਂ ਰੱਖਣਾ ਹੈ। ਹੁਣ ਅਗਲੇ ਪਦੇ ਵਿੱਚ ਇਸ ਅਮੀਰੀ ਦੇ ਵਿੱਚੋਂ ਇੱਕ ਹੋਰ ਚੀਜ਼ ਨਿਕਲਦੀ ਹੈ, ਉਹ ਹੈ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ। ਅਗਰ ਉਹ ਜਿੱਥੇ ਦੀਵਾਰਾਂ ਤੇ ਹੀਰੇ ਜ਼ਵਾਰਤ ਜੜੇ ਹੋਏ ਨੇ, ਸੁਗੰਧੀਆਂ ਵਾਸਤੇ ਕੇਸਰ, ਕਸਤੂਰੀ, ਅਗਰ, ਚੰਦਨ ਵਰਤਿਆ ਗਿਆ, ਉੱਥੇ ਪਲੰਗ ਵੀ ਜਿਹੜਾ ਹੈ ਹੀਰਿਆਂ ਨਾਲ ਜੜਿਆ ਹੋਇਆ। ਉਸ ਪਲੰਗ ਦੇ ਹੇਠਾਂ ਵੀ ਜਿਹੜੇ ਧਰਤੀ ਤੇ ਹੀਰੇ ਲਾਲ ਜੜੇ ਹੋਏ ਨੇ,
ਮੋਹਣੀ ਮੁਖ ਮਣੀ ਸੋ ਹੈ ਕਰੇ ਰੰਗ ਪਸਾਓ। ਮੋਹਣੀ ਮੁਖ ਸੁੰਦਰ ਰੂਪ ਵਾਲੀ ਇਸਤਰੀ, ਮਣੀਆਂ ਦੇ ਨਾਲ ਭਾਵ ਹਾਰ ਸ਼ਿੰਗਾਰ ਦੇ ਨਾਲ ਜੜੀ ਹੋਈ, ਉਸ ਨੂੰ ਦੇਖ ਕੇ ਮਤ ਦੇਖ ਭੁੱਲਾ ਬਿਸਰੈ ਤੇਰਾ ਚਿਤ ਨਾ ਆਵੈ, ਮਤਾ ਕਿਤੇ ਭੁੱਲ ਨਾ। ਇਸ ਨੂੰ ਦੋ ਤਰੀਕਿਆਂ ਨਾਲ ਹੋ ਸਕਦਾ ਹੈ, ਦੋ ਤਰੀਕਿਆਂ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਇੱਕ ਹੈ ਆਪਣੇ ਹੀ ਘਰ ਵਿੱਚ ਅਮੀਰੀ ਹੈ, ਆਪਣੀ ਹੀ ਪਤਨੀ ਸੁੰਦਰ ਹੈ, ਸੁੰਦਰ ਰੂਪ ਵਾਲੀ ਹੈ, ਉਹ ਫੈਸ਼ਨ ਦੇ ਨਾਲ ਜੜੀ ਹੋਈ ਹੈ। ਦੇਖੀ ਕਿਤੇ ਇਸ ਹੰਕਾਰ ਵਿੱਚ ਇਤਨਾ ਨਾ ਭੁੱਲ ਜਾਈ ਕਿ ਰੱਬ ਦੀ ਰਜ਼ਾ ਨੂੰ, ਰੱਬ ਦੇ ਦਿੱਤੇ ਰਿਸ਼ਤੇ ਨੂੰ ਭੁੱਲ ਕੇ ਕਿਤੇ ਇਹ ਸਾਰਾ ਕੁਝ ਉਲਝਣ ਤਾਣੀ ਨਾ ਪੈਦਾ ਕਰ ਲਈ। ਜੀ ਦੂਸਰਾ ਇਹ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਅਮੀਰੀ ਦੇ ਹੰਕਾਰ ਰਸ ਵਿੱਚੋਂ ਇੱਕ ਦੂਸਰਾ ਰਸ ਹੈ ਆਯਾਸ਼ੀ, ਕਾਮ ਬਾਸ਼ਨਾਮਾ। ਦੇਖੀ ਕਿਤੇ ਉਸ ਮਾਹੌਲ ਦੇ ਵਿੱਚ ਇਹ ਮਨ ਭੁੱਲ ਨਾ ਜਾਵੇ। ਇੱਕ ਅਰਦਾਸ ਹੈ, ਅਰਦਾਸ ਸਿੱਖ ਦੇ ਲਈ ਬਾਕਮਾਲ ਗਹਿਣਾ ਹੈ। ਅਰਦਾਸ ਉਦੋਂ ਨਿਕਲਦੀ ਹੈ ਜਦੋਂ ਅੰਦਰ ਤੜਫ ਹੋਏਗੀ, ਤੜਫ ਜਾਗ ਪਵੇ, ਜਜ਼ਬਾ ਜਾਗ ਪਵੇ, ਇੱਕ ਪਿਆਰ ਜਾਗ ਪਵੇ, ਭੈ ਭਾਵਨੀ ਜਾਗ ਪਵੇ। ਉਸ ਲਈ ਅਸੀਂ ਗੁਰੂ ਸਾਹਿਬ ਨੂੰ ਸੁਣਦੇ ਹਾਂ, ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ। ਮੈਂ ਫਿਰ ਦੁਹਰਾ ਦਿਆਂ, ਜਿਤਨੀ ਜਿਤਨੀ ਸਮਝ ਆਏਗੀ ਉਤਨਾ ਉਤਨਾ ਥॉट ਪ੍ਰੋਸੈਸ ਚੱਲੇਗਾ। ਜਿਤਨਾ ਅੰਦਰ ਪਿਆਰ ਗਹਿਰਾ ਹੋਏਗਾ ਉਤਨੀ ਭਾਵਨਾ ਚੱਲੇਗੀ, ਬਣੇਗੀ। ਫਿਰ ਗੁਰਬਾਣੀ ਅਨੁਸਾਰ ਜਿਉਣ ਦਾ ਯਤਨ ਅੰਦਰ ਵੱਧਦਾ ਜਾਏਗਾ। ਇਹ ਸੀ ਦੁਨਿਆਵੀ ਪੱਖ ਦੀਆਂ ਦੋ ਉਦਾਹਰਨਾਂ। ਜੀ ਤੀਸਰੀ ਉਦਾਹਰਨ ਹੈ ਤੀਸਰੀ ਧਾਰਮਿਕ ਉਦਾਹਰਨ ਲੈਣੇ ਦੁਨੀਆ ਜੀ। ਵਿੱਚ। ਬ੍ਰੇਕ ਤੋਂ ਬਾਅਦ ਕੁਝ ਹੀ ਦੇਰ ਤੱਕ ਵਾਪਸ ਆ ਕੇ ਅੱਗੇ ਕੰਟੀਨਿਊ ਕਰਦੇ ਹਾਂ। ਤੁਸੀਂ ਜਿਹੜਾ ਬਹੁਤ ਸਰਲ ਤਰੀਕੇ ਨਾਲ ਐਕਸਪਲੇਨ ਕਰਦੇ ਹੋ ਭਾਈ ਸਾਹਿਬ, ਉਸ ਲਈ ਬਹੁਤ ਧੰਨਵਾਦੀ ਹਾਂ ਤੁਹਾਡੇ, ਕਿਉਂਕਿ ਇਹ ਜੋ ਉਪਰਾਲਾ ਅਸੀਂ ਸ਼ੁਰੂ ਕੀਤਾ ਹੈ ਜਿਸ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਪਤਾ ਨਹੀਂ ਕਿੰਨੇ ਸਾਲ ਇਹ ਚੱਲੇਗੀ, 2-3 ਸਾਲਾਂ ਤੋਂ ਅਸੀਂ ਇਸ ਨੂੰ ਸ਼ੁਰੂ ਕੀਤਾ ਹੈ, ਪਰ ਹੌਲੀ ਹੌਲੀ ਸਰਲ ਤਰੀਕੇ ਨਾਲ ਜੋ ਸਮਝ ਆਉਂਦੀ ਹੈ, ਹਰ ਇੱਕ ਚੀਜ਼ ਨੂੰ ਜੇਕਰ ਅਸੀਂ ਸਮਝ ਕੇ ਆਪਣੇ ਜੀਵਨ 'ਤੇ ਲਾਗੂ ਕਰਨਾ ਸ਼ੁਰੂ ਕਰ ਦਈਏ ਤਾਂ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਕਿਸੇ ਸਿਰਫ ਪੂਜਨ ਤੱਕ ਸੀਮਤ ਕਰ ਦਿੱਤਾ, ਗੁਰੂ ਸਾਹਿਬ ਦਾ ਸਹੀ ਫਲਸਫਾ ਸਾਨੂੰ ਸਮਝ ਆਏਗਾ ਅਤੇ ਉਸ ਤੋਂ ਅਸੀਂ ਆਪਣੇ ਜੀਵਨ ਵਿੱਚ ਪਰਿਵਰਤਨ ਲਿਆਵਾਂਗੇ ਅਤੇ ਸਮਾਜ ਵਿੱਚ ਵੀ ਕੁਝ ਦੇ ਸਕਾਂਗੇ। ਸੋ ਕੁਝ ਦੇਰ ਤੱਕ ਵਾਪਸ ਆਉਂਦੇ ਹਾਂ। ਧੰਨਵਾਦ ਤੁਹਾਡਾ। ਕੀ ਤੁਸੀਂ ਸਰੀ, ਡੈਲਟਾ, ਰਿਚਮੰਡ, ਐਬਸਫੋਰਡ ਜਾਂ ਵੈਂਕੂਵਰ ਵਿੱਚ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਫਿਰ ਪੁਰਾਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਬਿਲਡਰ, ਇੱਕ ਕ੍ਰੀਏਟਿਵ ਇੰਟੀਰੀਅਰ ਡਿਜ਼ਾਈਨਰ ਦੀ, ਜੋ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਤੇ ਤੁਹਾਡੇ ਸੁਪਨੇ ਦੇ ਘਰ ਨੂੰ ਉਸਾਰ ਸਕਣ। ਅੱਜ ਹੀ ਕਾਲ ਕਰੋ ਹਰਪ੍ਰੀਤ ਜਾਂ ਸੰਦੀਪ 6048259295 ਉੱਤੇ। ਦਰਦ ਤੋਂ ਆਰਾਮ ਐਲੋਪੈਥਿਕ ਦਵਾਈਆਂ ਖਾਣ ਨਾਲ ਆ ਤਾਂ ਜਾਂਦਾ ਹੈ, ਪਰ ਇਸ ਦੇ ਸਾਈਡ ਇਫੈਕਟਸ ਵੀ ਹੁੰਦੇ ਹਨ। ਨੈਚੁਰਲ ਤਰੀਕੇ ਦੇ ਸਪਲੀਮੈਂਟਸ ਨਾਲ ਤੁਹਾਡੀ ਦਰਦ ਨੂੰ ਜੜੋਂ ਖਤਮ ਕਰਨ ਵਿੱਚ ਮਾਰਕਸ ਫਾਰਮੇਸੀ ਦੇ ਹਿੰਦੀ ਪੰਜਾਬੀ ਬੋਲਣ ਵਾਲੇ ਸਟਾਫ ਤੁਹਾਡੀ ਮਦਦ ਕਰ ਸਕਦੇ ਹਨ। ਇਹ ਆਪਣੇ ਪ੍ਰੋਡਕਟਸ ਕੈਨੇਡਾ ਦੇ ਹਰ ਹਿੱਸੇ ਵਿੱਚ ਵੀ ਭੇਜਦੇ ਹਨ। ਅਪਾਇੰਟਮੈਂਟ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 604 596 1774 ਜਾਂ ਫਿਰ ਵਿਜ਼ਿਟ ਕਰੋ 8035 120 ਸਟਰੀਟ ਡੈਲਟਾ। ਦਰਦ ਨੂੰ ਜੜੋਂ ਖਤਮ ਕਰੋ। ਪੈਸੇ ਭੇਜਣੇ ਹੋਣ ਜਾਂ ਫਿਰ ਮੰਗਵਾਉਣੇ ਹੋਣ ਤੇ ਯਾਦ ਰੱਖੋ ਪੰਜਾਬ ਫੋਰੈਕਸ ਨੂੰ ਤਸੱਲੀਬਖਸ਼ ਸੇਵਾਵਾਂ ਅਤੇ ਵਧੀਆ ਰੇਟ ਦੇਣ ਦੀ ਇਹ ਗਾਰੰਟੀ ਕਰਦੇ ਹਨ। ਅੱਜ ਹੀ ਕਾਲ ਕਰੋ 6043491313 ਉੱਤੇ। ਲੈਣਾ ਚਾਹੁੰਦੇ ਹੋ ਨਵੇਂ ਤੇ ਵਧੀਆ ਅਪਲਾਈਐਂਸਸ ਜਿਵੇਂ ਕਿ ਸਟੋਵ, ਅਵਨ, ਫ੍ਰਿਜ, ਵਾਸ਼ਰ ਡਰਾਇਰ, ਮਾਈਕ੍ਰੋਵੇਵ, ਫ੍ਰੀਜ਼ਰਸ ਜਾਂ ਡਿਸ਼ਵਾਸ਼ਰ, ਤਾਂ ਫਿਰ ਪਹੁੰਚੋ ਪ੍ਰੀਮੀਅਮ ਅਪਲਾਈਐਂਸਸ ਤੇ। ਇਹਨਾਂ ਦੀਆਂ 3 ਬ੍ਰਾਂਚਸ ਸਰੀ, ਐਬਸਫੋਰਡ ਤੇ ਚਿਲਵੈਕ ਵਿੱਚ ਹਨ। ਇੱਥੇ ਤੁਹਾਨੂੰ ਵਾਜਬ ਕੀਮਤਾਂ ਤੇ ਅਪਲਾਈਐਂਸਸ ਮਿਲਣਗੇ। ਇਹ ਡਿਲੀਵਰੀ ਤੇ ਇੰਸਟਾਲੇਸ਼ਨ ਵੀ ਕਰਦੇ ਹਨ। ਸਪੈਸ਼ਲ ਪੈਕੇजेस ਫॉर ਬਿਲਡਰਸ ਐਂਡ ਹੋਮ ਓਨਰਸ। ਕਾਲ 6045904140 604 590 4140। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਅਮਨ ਟਾਈਲਸ ਦੇ ਸਹਿਯੋਗ ਨਾਲ। ਇਹਨਾਂ ਦਾ ਕਹਿਣਾ ਕਿ ਜੇ ਨਵਾਂ ਘਰ ਬਣਾ ਰਹੇ ਹੋ ਜਾਂ ਪੁਰਾਣੇ ਘਰ ਨੂੰ ਰੈਨੋਵੇਟ ਕਰਨ ਦੀ ਸੋਚ ਰਹੇ ਹੋ, ਪਤਾ ਨਹੀਂ ਚੱਲ ਰਿਹਾ ਕਿ ਟਾਈਲਸ ਕਿਹਦੇ ਕੋਲ ਲਵਾਈਆਂ ਜਾਣ, ਤਾਂ ਤੁਹਾਡੀ ਦੌੜ ਖਤਮ ਹੁੰਦੀ ਹੈ ਅਮਨ ਟਾਈਲਸ ਕੋਲ ਪਹੁੰਚ ਕੇ। ਗ੍ਰੇਨਾਈਟ, ਮਾਰਬਲ, ਪੋਰਸਲਿਨ, ਸੈਰਾਮਿਕ ਟਾਈਲਸ, ਕਿਚਨ, ਬਾਥ, ਸ਼ਲੂਟਰ ਦੇ ਕਸਟਮ ਸ਼ਾਵਰ ਬੇਸ, ਫਾਇਰ ਪਲੇਸਿਸ, ਡੈਕਸ ਤੇ ਦੀਵਾਰਾਂ ਤੇ ਟਾਈਲਸ ਲਾਉਣ ਦੀ ਮਹਾਰਤ ਰੱਖਦੇ ਹਨ। ਹਰ ਬਜਟ ਦਾ ਕੰਮ ਕਰ ਸਕਦੇ ਹਨ। ਕਾਲ ਕਰੋ 7783163510 778 316 3510। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡੇ ਸਹਿਯੋਗੀ ਹਨ AMC ਇੰਸ਼ੋਰੈਂਸ। ਹੋਮ, ਆਟੋ, ਟਰੈਵਲ, ਬਿਜ਼ਨਸ, ਲਾਈਫ ਜਾਂ ਰਿਕ੍ਰੀਏਸ਼ਨਲ ਇੰਸ਼ੋਰੈਂਸ ਲੈਣੀ ਹੈ ਤਾਂ ਫਿਰ ਪਹੁੰਚੋ AMC ਇੰਸ਼ੋਰੈਂਸ।
604 507 6666। ਹਫਤੇ ਦੇ 7 ਦਿਨ ਖੁੱਲ੍ਹੇ ਰਹਿੰਦੇ ਨੇ ਅਤੇ ਸਵੇਰੇ 8:30 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਤੁਸੀਂ ਕਿਸੇ ਸਮੇਂ ਵੀ ਜਾ ਸਕਦੇ ਹੋ। 9 ਲੋਕੇਸ਼ਨਸ ਨੇ ਇਹਨਾਂ ਦੀਆਂ ਜਿਹੜੀਆਂ ਲੋਅਰ ਮੇਨਲੈਂਡ ਵਿੱਚ ਤੁਹਾਨੂੰ ਸਰਵ ਕਰਦੀਆਂ ਨੇ। 6045076666। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਅਹੀਰ ਟਰਾਂਸਪੋਰਟੇਸ਼ਨ ਗਰੁੱਪ ਦੇ ਸਹਿਯੋਗ ਦੇ ਨਾਲ। 8970 ਰਿਵਰ ਰੋਡ ਡੈਲਟਾ ਇਹਨਾਂ ਦਾ ਐਡਰੈਸ ਹੈ ਅਤੇ ਇਹ 1993 ਤੋਂ ਟਰਾਂਸਪੋਰਟੇਸ਼ਨ ਅਤੇ ਸਟੋਰੇਜ ਇੰਡਸਟਰੀ ਵਿੱਚ ਸੇਵਾਵਾਂ ਦੇ ਰਹੇ ਹਨ। ਇਹਨਾਂ ਦਾ ਮੋਟੋ ਹੈ ਯੋਰ ਕਾਰਗੋ ਇਜ਼ ਆਰ ਰਿਸਪੌਂਸਿਬਿਲਿਟੀ ਅਤੇ ਕੈਨੇਡਾ ਭਰ ਵਿੱਚ ਕਿਤੇ ਵੀ ਆਪਣੇ ਪ੍ਰੋਡਕਟਸ ਪਹੁੰਚਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹਨਾਂ 'ਤੇ ਡਿਪੈਂਡ ਕਰ ਸਕਦੇ ਹੋ। ਫੋਨ ਕਰ ਸਕਦੇ ਹੋ 6049409511 604 940 9511। ahir.com ਇਹਨਾਂ ਦੀ ਵੈਬਸਾਈਟ ਹੈ ਤੇ shinda@ahir.com ਤੇ ਤੁਸੀਂ ਇਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ। ਰਾਮ ਸਿੰਘ ਜੀ ਕੋਲ ਆਓ ਚੱਲਦੇ ਹਾਂ ਜੀ। ਰਜਾਇਨਾ ਤੇ ਗੁਰੂ ਸਾਹਿਬ ਦਾ ਜੋ ਉਪਦੇਸ਼ ਹੈ, ਫਲਸਫਾ ਹੈ, ਕਿਵੇਂ ਇਸ ਨੂੰ ਅਸੀਂ ਆਪਣੇ ਜੀਵਨ ਤੇ ਲਾਗੂ ਕਰਨਾ ਹੈ, ਇਸ ਬਾਰੇ ਸ੍ਰੀ ਰਾਗ ਵਿੱਚ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ, ਆਓ ਜਾਣਕਾਰੀ ਲੈਂਦੇ ਹਾਂ ਜੀ। ਭਾਈ ਸਾਹਿਬ। ਹਾਂਜੀ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ ਆਪਣੇ ਦਰਸ਼ਕਾਂ ਦਾ। ਦੇਖੋ, ਜਦੋਂ ਬੋਲਾਂ ਨੂੰ ਜਾਂ ਲਿਖਤ ਨੂੰ ਸਮਝਣਾ ਹੈ ਤਾਂ ਇੱਕ ਚੀਜ਼ ਧਿਆਨ ਰੱਖਣੀ ਹੈ, ਜਿਹੜੀ ਐਗਜ਼ਾਮਪਲ ਹੁੰਦੀ ਹੈ ਨਾ, ਉਹ ਕਨਸੈਪਟ ਨੂੰ ਸਮਝਾਉਣ ਵਾਸਤੇ ਹੁੰਦੀ ਹੈ। ਜਿਵੇਂ ਪਿੱਛੇ ਜੇ ਆਪਣੇ ਇੱਕ ਸਰੋਤੇ ਨੇ ਕਿਹਾ ਸੀ ਕਿ ਤੁਸੀਂ ਗੁਰੂ ਦੀ ਐਗਜ਼ਾਮਪਲ ਜਿਹੜੀ ਡਾਕਟਰ ਨਾਲ ਕਿਵੇਂ ਜੋੜ ਦਿੱਤੀ, ਗੁਰੂ ਡਾਕਟਰ ਨਹੀਂ ਹੋ ਸਕਦਾ। ਉਸ ਤੋਂ ਬਾਅਦ ਮੇਰੇ ਅੰਦਰ ਵੀ ਥਾਟ ਪ੍ਰੋਸੈਸ ਚੱਲਿਆ ਤੇ ਮੈਂ ਗੁਰਬਾਣੀ ਵਿੱਚੋਂ ਦੇਖਿਆ ਤੇ ਕਿਤੇ ਕਿਤੇ ਗੁਰੂ ਨੂੰ ਪੌੜੀ ਵੀ ਕਿਹਾ, ਗੁਰ ਪੌੜੀ, ਬੇੜੀ ਗੁਰੂ, ਗੁਰੂ ਨੂੰ ਕਿਸ਼ਤੀ ਦੇ ਰੂਪ ਵਿੱਚ ਵੀ। ਗੱਲ ਇਹ ਨਹੀਂ ਹੁੰਦੀ, ਗੱਲ ਤਾਂ ਕਨਸੈਪਟ ਨੂੰ ਸਮਝਾਉਣ ਵਾਸਤੇ ਇੱਕ ਐਗਜ਼ਾਮਪਲ ਹੁੰਦੀ ਹੈ। ਪਿੱਛੇ ਐਗਜ਼ਾਮਪਲ ਸਨ ਅਮੀਰੀ ਦੇ ਦੋ ਪੱਖ, ਹੁਣ ਇੱਥੇ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਧਾਰਮਿਕ ਦੁਨੀਆ ਵਿੱਚ। ਉਸ ਵੇਲੇ ਧਾਰਮਿਕ ਦੁਨੀਆ ਵਿੱਚ ਚਾਰ ਚਫੇਰੇ ਜ਼ਿਆਦਾ ਗਲਬਾ ਕਿਹਦਾ ਸੀ? ਉਹ ਸੀ ਜੋਗੀ। ਹੁਣ ਜੋਗੀ ਦੀ ਐਗਜ਼ਾਮਪਲ ਕਿਵੇਂ ਪੇਸ਼ ਕਰ ਰਹੇ ਨੇ? ਸਿੱਧ ਹੋਵਾਂ ਸਿੱਧ ਲਾਈ। ਕਿਉਂਕਿ ਜਦੋਂ ਕੋਈ ਧਰਮੀ ਬਣਦਾ ਸੀ ਨਾ, ਤਾਂ ਦੇਖੋ ਇੱਕ ਸਿੱਖ ਘਰ ਵਿੱਚ ਜਨਮ ਲਿਆ ਹੋਇਆ ਬੱਚਾ ਜਦੋਂ ਵੱਡਾ ਹੋ ਕੇ ਧਰਮੀ ਬਣਨਾ ਚਾਹੁੰਦਾ ਹੈ ਤੇ ਉਹਦਾ ਨਜ਼ਰੀਆ ਕਿੱਧਰ ਜਾਏਗਾ? ਸਿੱਖੀਜ਼ਮ ਵੱਲ ਜਾਏਗਾ। ਬਿਲਕੁਲ। ਤਾਂ ਉੱਥੇ ਚਾਰ ਚਫੇਰੇ ਜੋਗੀਆਂ ਦਾ ਗਲਬਾ ਸੀ। ਬੰਦਾ ਸੋਚਦਾ ਮੈਂ ਜੋਗੀ ਬਣਾ, ਮੈਂ ਵੀ ਜੋਗੀ ਬਣਾ, ਇਹ ਧਰਮ ਦਾ ਮਾਰਗ ਹੈ। ਤੇ ਮਨ ਵਿੱਚ ਜੇ ਖਿਆਲ ਆਉਂਦਾ ਕਿ ਮੈਂ ਸਿੱਧ ਹੋਵਾਂ, ਭਾਵ ਇੱਕ ਜੋਗੀ ਹੋਵਾਂ, ਸਿੱਧ ਲਾਈ, ਸਿੱਧ ਹੁੰਦਾ ਸਮਾਧੀ। ਜਿਸ ਤਰ੍ਹਾਂ ਜੋਗੀ ਦੱਸਦੇ ਨੇ ਉਸ ਤਰ੍ਹਾਂ ਮੈਂ ਸਮਾਧੀ ਲਾਵਾਂ। ਰਿੱਧ ਆਖਾਂ ਆਓ, ਰਿੱਧੀ ਹੁੰਦਾ ਬਰਕਤ। ਬਰਕਤ ਨੂੰ ਮੈਂ ਇਦਾਂ ਕਵਾਂਗਾ, ਹਰ ਧਰਮ ਦੀ ਦੁਨੀਆ ਵਿੱਚ ਜਿਤਨਾ ਵੀ ਅੰਦਰੋਂ ਧਰਮੀ ਹੋਏਗਾ ਆਟੋਮੈਟਿਕਲੀ ਉਸ ਦਾ ਉਤਨਾ ਹੀ ਸਤਿਕਾਰ ਬਣਨ ਲੱਗ ਜਾਂਦਾ ਹੈ। ਜਿਤਨਾ ਅੰਦਰੋਂ ਧਰਮੀ ਬਣਦਾ ਜਾਏਗਾ ਉਤਨਾ ਹੀ ਉਹਦਾ ਦੁਨੀਆ ਨੂੰ ਚੰਗਾ ਲੱਗਣ ਲੱਗ ਜਾਏਗਾ। ਉਹਨੂੰ ਕਹਿੰਦੇ ਨੇ ਬਰਕਤਾਂ। ਜਦੋਂ ਜੋਗੀ ਸਮਾਧੀ ਲਾਉਂਦਾ ਹੈ ਫਿਰ ਉਹਨੂੰ ਬਰਕਤਾਂ ਮਿਲਦੀਆਂ ਨੇ। ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ। ਗੁਪਤ ਪ੍ਰਗਟ ਦੇਖੋ ਹਰ ਇੱਕ ਦੀ ਆਪਣੀ ਆਪਣੀ ਸਮਝ ਹੋ ਸਕਦੀ ਹੈ। ਵੀਰ ਜੀ, ਮੈਨੂੰ ਤਾਂ ਇਦਾਂ ਸਮਝ ਲੱਗੀ ਹੈ ਕਿ ਕਦੀ ਤਾਂ ਜੋਗੀ ਬੈਠ ਕੇ ਸਮਾਧੀ ਲਾਉਂਦਾ ਗੁਫਾ 'ਚ, ਕਦੀ ਬਾਹਰ ਆ ਜਾਂਦਾ ਹੈ। ਮੈਨੂੰ ਤਾਂ ਇਦਾਂ ਜੀ ਸਮਝ ਲੱਗੀ ਹੈ। ਤੇ ਕੁਝ ਕੁ ਨੇ ਇਸ ਨੂੰ ਇਦਾਂ ਪੇਸ਼ ਕੀਤਾ ਹੈ ਕਿ ਉਹ ਚਾਹੇ ਤਾਂ ਬੈਠਾ ਬੈਠਾ ਗੁਪਤ ਹੋ ਜਾਂਦਾ ਹੈ ਤੇ ਚਾਹੇ ਬੈਠਾ ਬੈਠਾ ਪ੍ਰਗਟ ਹੋ ਜਾਂਦਾ ਹੈ। ਉਹ ਇੱਕ ਸ਼ਰਧਾ ਭਾਵਨਾ ਦੇ ਵਿੱਚ ਤਾਂ ਜਿੱਦਾਂ ਮਰਜ਼ੀ ਮੰਨ ਲਓ, ਪਰ ਉਹ ਇੱਕ ਕੁਦਰਤ ਦੇ ਅਨੁਸਾਰ ਵਰਤਿਆ ਹੋਇਆ ਵਰਤਾਰਾ ਜਾਂ ਨਹੀਂ ਦਿਸਦਾ। ਬਿਲਕੁਲ, ਜੋ ਉਸ ਨੂੰ ਉਵੇਂ ਮੰਨਣਾ ਚਾਹੁੰਦਾ। ਇਹ ਜਿਹੜੀ ਤੁਸੀਂ ਗੱਲ ਕੀਤੀ ਬਹੁਤ ਇੰਪੋਰਟੈਂਟ ਗੱਲ ਕੀਤੀ, ਕਿਉਂਕਿ ਅੱਜ ਅਸੀਂ ਵੀ ਚਮਤਕਾਰਾਂ 'ਚ ਫਸਦੇ ਜਾ ਰਹੇ, ਜਦਕਿ ਗੁਰਬਾਣੀ ਸਾਨੂੰ ਇਹਨਾਂ ਚੀਜ਼ਾਂ 'ਚੋਂ ਬਾਹਰ ਕੱਢਦੀ ਹੈ, ਪਰ ਅਸੀਂ ਵੀ ਕਈ ਵਾਰ ਇਹਨਾਂ ਚੀਜ਼ਾਂ 'ਚ ਅੱਜ ਫਸ ਕੇ ਰਹਿ ਜਾਂਦੇ ਹਾਂ। ਸੋ ਬਿਲਕੁਲ ਅਸੀਂ ਜਦੋਂ ਇਨ ਪ੍ਰੈਕਟਿਸ ਦੀ ਗੱਲ ਕਰਦੇ ਹਾਂ, ਗੁਰਬਾਣੀ ਅਸੀਂ ਇੱਕ ਪਾਸੇ ਕਹਿੰਦੇ ਬੜੀ ਸਾਇੰਟੀਫਿਕ ਹੈਗੀ ਹੈ, ਪਰ ਦੂਸਰੇ ਪਾਸੇ ਜਦੋਂ ਅਸੀਂ ਐਸੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਉਂਦੇ ਹਾਂ ਤਾਂ ਫਿਰ ਉਹ ਕੋ ਰਿਲੇਟ ਨਹੀਂ ਕਰਦੇ, ਜਿਸ ਕਾਰਨ ਉਹ ਤੁਹਾਨੂੰ ਸਵਾਲ ਵੀ ਪੁੱਛਦੇ ਨੇ। ਕਿਉਂਕਿ ਤੁਸੀਂ ਭਾਈ ਸਾਹਿਬ ਬਹੁਤ ਸਾਰੀਆਂ ਕਲਾਸਿਸ ਲਾਉਂਦੇ ਹੋ ਬੱਚਿਆਂ ਦੇ ਨਾਲ, ਤੇ ਤੁਹਾਡੇ ਕੋਲ ਵੀ ਇਹੋ ਜਿਹੇ ਸਵਾਲ ਆਉਂਦੇ ਹੋਣਗੇ। ਮੈਂ ਦੇਖਦਾ ਕਿ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਤੁਸੀਂ ਵੱਡੇ ਬੱਚਿਆਂ ਦੀ ਕਲਾਸਿਸ ਜਿਹੜੀਆਂ ਆਨਲਾਈਨ ਲਾ ਰਹੇ ਹੋ, ਉਹਦੇ ਵਿੱਚ ਇਹ ਸੁਭਾਵਿਕ ਹੈਗਾ ਕਿ ਬੱਚੇ ਪੁੱਛਣਗੇ। ਕਿਉਂਕਿ ਜੇਕਰ ਇਸ ਪਾਸੇ ਅਸੀਂ ਕਹਿੰਦੇ ਜੀ ਸਿੱਖੀਜ਼ਮ ਇਜ਼ ਦਾ ਮੋਸਟ ਸਾਇੰਟੀਫਿਕ ਰਿਲੀਜਨ, ਪਰ ਜੇਕਰ ਅਸੀਂ ਇਹੋ ਜਿਹੇ ਚਮਤਕਾਰ ਤੇ ਹੋਰ ਇਹੋ ਜਿਹੀਆਂ ਕਹਾਣੀਆਂ ਲਿਆਵਾਂਗੇ ਤਾਂ ਬੱਚੇ ਸਾਡੇ ਨਾਲ ਜੁੜ ਨਹੀਂ ਸਕਣਗੇ, ਕਨਫਿਊਜ਼ ਹੋਣਗੇ ਵੀ, ਉਹ ਕਨਫਿਊਜ਼ ਹੋ ਜਾਣਗੇ। ਉਹਨਾਂ ਕੋਲੇ ਪ੍ਰੋਪਰ ਰੈਲੇਵੈਂਟ ਉਸ ਨੂੰ ਐਕਸਪਲੇਨ ਕਰਨ ਵਾਸਤੇ ਐਕਸਪਲੇਨੇਸ਼ਨ ਨਹੀਂ ਹੋਏਗੀ। ਇਸ ਤਰ੍ਹਾਂ ਪੇਸ਼ ਕਰਨ ਵਾਲਾ ਹਮੇਸ਼ਾ ਤੁਸੀਂ ਦੇਖੋਗੇ ਉਹ ਪਤਾ ਕਿਹਦੀ ਉਦਾਹਰਨ ਦੇਗਾ। ਜੇ ਉਹਨੂੰ ਕਹੋ ਵੀ ਅੱਜ ਦੇ ਯੁੱਗ 'ਚ ਦਿਖਾ,
ਉਹ ਕਹਿੰਦਾ ਨਹੀਂ ਪ੍ਰਾਤਨ ਸਮਿਆਂ 'ਚ ਫਲਾਨਾ ਇਦਾਂ ਕਰਦਾ ਹੁੰਦਾ ਸੀ। ਉਹ ਜਿਹਦੇ ਬਾਰੇ ਕਿਹਾ ਹੁੰਦਾ ਨਾ ਵੀ ਇਦਾਂ ਕਰਦਾ ਹੁੰਦਾ ਸੀ, ਉਹਨੇ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਕਿਹਾ ਹੁੰਦਾ ਕਿ ਮੈਂ ਇਦਾਂ ਕਰਦਾ। ਤਾਂ ਖੈਰ ਇਹ ਇੱਕ ਵੱਖਰਾ ਵਿਸ਼ਾ ਹੈ। ਇਸ ਵਿੱਚੋਂ ਆਪਾਂ ਇੱਕ ਚੀਜ਼ ਹੋਰ ਲੱਭਣੀ ਹੈ ਬੜੀ ਕਮਾਲ ਦੀ। ਜੇ ਤਾਂ ਰੱਬ ਨਾਲ ਜੁੜਨ ਦੀ ਉਹ ਜੋਗੀ ਦੀ ਸਮਾਧੀ ਬਰਕਤਾਂ ਮਿਲਣਾ ਸਹੀ ਸੀ, ਫਿਰ ਮਤ ਦੇਖ ਭੁੱਲਾਂ ਵਿਸਰਾ ਕੀ ਹੋਇਆ। ਜੇ ਧਰਮ ਦੇ ਮਾਰਗ ਤੇ ਤੁਰਨਾ ਸਹੀ ਮਾਰਗ ਹੈ, ਤੇ ਧਰਮ ਵਿੱਚ ਭੁੱਲਣਾ ਕੀ ਹੋਇਆ। ਇੱਥੇ ਭੁੱਲਣਾ ਕੀ ਹੈ ਇਹ ਨੋਟ ਰੱਖਿਓ ਜੀ। ਧਰਮੀ ਬੰਦਾ ਜਦੋਂ ਉਹਨੂੰ ਸਤਿਕਾਰ ਮਿਲਦਾ ਹੈ, ਉਹ ਆਪਣੇ ਸਤਿਕਾਰ ਨੂੰ ਮੇਨਟੇਨ ਕਰਨ ਵਾਸਤੇ ਤੇ ਵਧਾਉਣ ਵਾਸਤੇ ਕਈ ਵਾਰੀ ਆਪਣੀ ਮਤ ਵਰਤਦਾ ਹੈ। ਮਤ ਕਿਵੇਂ ਵਰਤਦਾ ਹੈ ਇਹ ਤੁਸੀਂ ਦੇਖੋਗੇ। ਉਸ ਵੇਲੇ ਵੀ ਸੇਮ ਮੈਥਡ ਸੀ, ਅੱਜ ਵੀ ਸੇਮ ਮੈਥਡ ਹੈ। ਉਹ ਧਰਮੀ ਆਪਣੇ ਚਾਰ ਚਫੇਰੇ ਆਪਣੇ ਫਾਲੋਅਰਸ ਨੂੰ, ਆਪਣੇ ਸ਼ਰਧਾਲੂਆਂ ਨੂੰ ਆਪਣੇ ਚੇਲਿਆਂ ਦੇ ਰੂਪ ਵਿੱਚ ਰੱਖਦਾ ਹੈ। ਜਦੋਂ ਚੇਲਿਆਂ ਦੇ ਰੂਪ ਵਿੱਚ ਰੱਖਦਾ ਹੈ ਤਾਂ ਜਦੋਂ ਕੋਈ ਮਿਲਣਾ ਚਾਹੁੰਦਾ ਹੈ ਕਿ ਅਸੀਂ ਦਰਸ਼ਨ ਕਰਨੇ ਨੇ, ਅਸੀਂ ਗੱਲਬਾਤ ਕਰਨੀ ਹੈ, ਤੇ ਚੇਲਾ ਕਹਿੰਦਾ ਜੀ ਹਾਲੇ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਸਮਾਧੀ ਲੱਗੀ ਹੋਈ ਹੈ। ਇਹਦਾ ਮਤਲਬ ਉਸ ਨੂੰ ਮਿਲਣ ਦੇ ਵਿਚਕਾਰ ਇੱਕ ਚੇਲਾ ਖੜ ਗਿਆ ਹੈ। ਹੁਣ ਉਹ ਜਦੋਂ ਚੇਲਾ ਅੰਦਰ ਜਾ ਕੇ ਦੱਸ ਦਿੰਦਾ ਹੈ ਕਿ ਬਹੁਤ ਸਾਰੀ ਸੰਗਤ ਆਈ ਹੋਈ ਹੈ, ਤੇ ਫਿਰ ਉਹ ਪ੍ਰਗਟ ਵੀ ਹੋ ਜਾਂਦਾ ਹੈ ਧਰਮੀ। ਇੱਕ ਹੋਰ ਵੀ ਆਪਾਂ ਦੇਖਦੇ ਹਾਂ, ਦੇਖੋ ਜਿਹੜਾ ਵਰਤਾਰਾ ਚਾਰ ਸਫੇਰੇ ਵਰਤਦਾ ਨਾ, ਉਹਦੇ ਚੋਂ ਅਸੀਂ ਸਮਝ ਸਕਦੇ ਹਾਂ। ਜਦੋਂ ਤੁਸੀਂ ਪਿਛਲੀ ਉਦਾਹਰਨ ਦੇ ਕੇ ਖੜਾ ਛਡਾਉਣਾ ਚਾਹੁੰਦੇ ਹੋ ਤਾਂ ਫਿਰ ਗੱਲ ਨਹੀਂ ਬਣਦੀ। ਬਾਹਰ ਲੋਕ ਬੈਠੇ ਨੇ, ਕਿਸੇ ਵੀ ਧਰਮੀ ਨੂੰ ਮਿਲਣ ਵਾਸਤੇ ਉਹਨਾਂ ਨੂੰ ਬਾਹਰ ਬਿਠਾਇਆ ਗਿਆ ਕਿ ਹਾਲੇ ਸਮਾਂ ਨਹੀਂ ਹੈ। ਇੱਕ ਮੁੱਖ ਮੰਤਰੀ ਆਉਂਦਾ ਹੈ ਜਾਂ ਅਮੀਰ ਆਉਂਦਾ ਹੈ ਜਾਂ MLA ਆਉਂਦਾ ਹੈ, ਤੇ ਉਹਨੂੰ ਸਿੱਧਾ ਲੰਘਾ ਦਿੱਤਾ ਜਾਂਦਾ ਹੈ। ਇਹਦਾ ਮਤਲਬ ਦੁਨਿਆਵੀ ਸੋਚ ਉਸ ਧਰਮੀ ਮਨੁੱਖ ਤੇ ਧਰਮੀ ਦੇ ਡੇਰੇ ਦੇ ਅੰਦਰ ਛੁਪੀ ਹੋਈ ਹੈ। ਭੁੱਲ ਚੁੱਕਿਆ। ਜਿਸ ਵੱਡੇ ਬੰਦੇ ਨੂੰ ਤੂੰ ਕਹਿਣਾ ਆਓ ਜੀ ਆਓ ਜੀ ਆਓ ਜੀ, ਆਮ ਲੋਕਾਂ ਨੂੰ ਕਹਿਣਾ ਬਾਹਰ ਬੈਠੋ ਜੀ ਬਾਹਰ ਬੈਠੋ ਜੀ ਬਾਹਰ ਬੈਠੋ ਜੀ, ਤੇ ਫਿਰ ਰੱਬ ਤਾਂ ਸਾਰਿਆਂ ਅੰਦਰ ਹੈ, ਤੂੰ ਤਾਂ ਭੁੱਲ ਚੁੱਕਿਆ। ਬਿਲਕੁਲ। ਗੁਰਬਾਣੀ ਉਹਦੇ ਚੋਂ ਕਰਮਕਾਂਡ ਨਿਕਲਦੀ, ਉੱਥੋਂ ਹੀ ਕਰਮਕਾਂਡ ਸ਼ੁਰੂ ਹੋ ਜਾਂਦੇ ਨੇ। ਬਿਲਕੁਲ ਸਹੀ ਕਿਹਾ। ਇੱਥੋਂ ਹੀ ਭਾਈ ਸਾਹਿਬ ਅਗਲੇ ਹਫਤੇ ਅਸੀਂ ਕੰਟੀਨਿਊ ਰੱਖਾਂਗੇ। ਸਮਾਂ ਆ ਗਿਆ ਨਹੀਂ ਦੇ ਰਿਹਾ ਕਿ ਅਸੀਂ ਗੱਲਬਾਤ ਦਾ ਸਿਲਸਿਲਾ ਅੱਗੇ ਤੋਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਹਰ ਫਰਾਈਡੇ ਦੀ ਸ਼ਾਮ ਤੁਸੀਂ ਸਾਡੇ ਨਾਲ ਸਾਂਝ ਪਾਉਂਦੇ ਹੋ, ਸਾਨੂੰ ਗੁਰੂ ਦੇ ਲੜ ਲਾਉਂਦੇ ਹੋ। ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਜੋ ਰਿਸਪੌਂਸ ਆ ਰਿਹਾ ਸਾਡੇ ਦਰਸ਼ਕਾਂ ਵੱਲੋਂ, ਉਸ ਤੋਂ ਤਾਂ ਇਹੀ ਜ਼ਾਹਰ ਹੋ ਰਿਹਾ ਹੈ ਕਿ ਹਰ ਘਰ ਦੇ ਵਿੱਚ ਲੋਕ ਉਤਸ਼ਾਹਿਤ ਰਹਿੰਦੇ ਨੇ। ਫਰਾਈਡੇ ਦੀ ਸ਼ਾਮ 7 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਜੋ ਵੀ ਸਮਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਲੋਕ ਰਹਿੰਦੇ ਨੇ, ਉਸ ਨੂੰ ਉਹ ਸੁਣਨਾ ਚਾਹੁੰਦੇ ਨੇ ਤਾਂ ਕਿ ਗੁਰਬਾਣੀ ਦਾ ਸਹੀ ਮੈਸੇਜ ਸਮਝ ਸਕੇ ਤੇ ਅਸੀਂ ਕਰਮ ਕਾਂਡਾਂ ਤੋਂ ਬਚ ਕੇ ਗੁਰੂ ਦੇ ਲੜ ਲਾ ਕੇ ਗੁਰਮੁਖ ਬਣ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਤੁਸੀਂ ਵੀ ਮੇਰੇ ਨਾਲ ਸਾਂਝ ਪਾਉਣਾ ਚਾਹੋ, ਕੋਈ ਸਵਾਲ ਹੋਵੇ ਭਾਈ ਸਾਹਿਬ ਲਈ, ਤਾਂ 6046037555 ਤੇ ਫੋਨ ਕਰ ਸਕਦੇ ਹੋ ਜਾਂ ਫਿਰ ਈਮੇਲ ਜ਼ਰੀਏ ਸੰਪਰਕ ਬਣਾ ਸਕਦੇ ਹੋ harpreetsingh@gmail.com। ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆ ਰਿਹਾ ਹੋਏ ਤਾਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਹਰ ਇੱਕ ਘਰ ਦੇ ਵਿੱਚ ਇਹ ਮੈਸੇਜ ਪਹੁੰਚਾਉਣ ਵਿੱਚ ਸਾਡੇ ਸਹਿਯੋਗੀ ਬਣੋ। ਫੇਸਬੁੱਕ ਦੇ ਉੱਤੇ ਦ ਹਰਪ੍ਰੀਤ ਸਿੰਘ ਸ਼ੋਅ ਜਾਂ ਫਿਰ youtube.com/ਹਰਪ੍ਰੀਤ ਸਿੰਘ ਸ਼ੋਅ 'ਤੇ ਜਾ ਕੇ ਸਬਸਕ੍ਰਾਈਬ ਕਰੋ। ਮੰਡੇ ਟੂ ਫਰਾਈਡੇ ਸ਼ਾਮ ਨੂੰ 7 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਤੁਹਾਡਾ ਮੇਰਾ ਸਾਥ ਹੋਇਆ ਕਰਨਾ ਹੈ। ਇੱਥੇ ਹੀ ਲੈਣਾ ਆ ਗਿਆ, ਫਿਰ ਮੁਲਾਕਾਤ ਹੋਏਗੀ। ਤਦ ਤੱਕ ਦਿਓ ਆ ਗਿਆ। ਹੈਵ ਅ ਸੇਫ ਈਵਨਿੰਗ ਐਂਡ ਇੰਜੋਏ ਯੋਰਸੈਲਫ। ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼, ਪੋਰਸਲਨ ਜਾਂ ਸਿਰੈਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 1304 84 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604 330 7363 604 330 7363। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਕਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604 825 9295। Karen
thought she won a gift card, but we had a much bigger surprise for her. We rise by lifting others. The Sant Motors.